गवर्नर साहब ने जिहड़ा सैशन सद्दिया सीगा ਉਹ 'ਚ स्पष्ट लिखिया सीगा क्लॉज 1 आर्टिकल 174 संविधान दा बाबा साहब अंबेडकर जी ਦੇ लिखे हुए संविधान दा ਉਹਦੇ तहत सद्दिया गया सीगा ਤੇ ਅੱਜ ਜਦੋਂ कैंसल किया गया ਤੇ ਉਦੋਂ संविधान ਦੀ कोई धारा ਦਾ ਜ਼ਿਕਰ नहीं किया गया हैगा। देश के लोगों को पूछना चाहना कि बाबा साहब अंबेडकर के लिखे हुए संविधान तो ऊपर हो गए 3 व्यक्ति। ਆਪਰੇਸ਼ਨ ਲੋਟਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇੱਕ ਦਿਨ ਦਾ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਸੀਗਾ, ਉਸ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹੋਰਾਂ ਵੱਲੋਂ ਰੱਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਲਗਾਤਾਰ ਪਾਰਟੀ ਵੱਲੋਂ ਅਤੇ ਸਰਕਾਰ ਵੱਲੋਂ ਖਾਸ ਤੌਰ ਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ। ਤਾਂ ਸਾਡੇ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਮੌਜੂਦ ਨੇ, ਗੱਲਬਾਤ ਕਰ ਰਹੇ ਨੇ। ਅਰੋੜਾ ਸਾਹਿਬ, ਕਿਸ ਤਰ੍ਹਾਂ ਵੇਖਦੇ ਹੋ ਸੈਸ਼ਨ ਨੂੰ ਰੱਦ ਕਰ ਦਿੱਤਾ ਗਿਆ? ਇੱਕ ਦਿਨ ਦਾ ਸੈਸ਼ਨ ਸੱਦਿਆ ਸੀਗਾ ਆਪਰੇਸ਼ਨ ਲੋਟਸ ਨੂੰ ਲੈ ਕੇ। ਦੇਖੋ, ਇਸ ਤਰ੍ਹਾਂ ਹੈ ਕਿ ਆਪਰੇਸ਼ਨ ਲੋਟਸ ਨੂੰ ਐਕਸਪੋਜ਼ ਕਰਨ ਦੇ ਲਈ ਬੀਜੇਪੀ ਕਾਂਗਰਸ ਦੀਆਂ ਕੁਝ ਚਾਲਾਂ ਨੂੰ ਐਕਸਪੋਜ਼ ਕਰਨ ਦੇ ਲਈ ਸੈਸ਼ਨ ਬੁਲਾਇਆ ਗਿਆ ਸੀਗਾ। ਔਰ ਅਨਫੋਰਚੂਨੇਟ ਹੈ ਕਿ ਲੋਕਤੰਤਰ ਦਾ ਘਾਣ ਹੈ ਜਿਹੜਾ ਉਹ ਇਹਨਾਂ ਪਾਰਟੀਆਂ ਵੱਲੋਂ ਉਹ ਕੀਤਾ ਗਿਆ। ਆ ਮੈਂ ਤੁਹਾਨੂੰ ਦਿਖਾ ਰਿਹਾ ਕਿ ਗਵਰਨਰ ਸਾਹਿਬ ਨੇ ਜਿਹੜਾ ਸੈਸ਼ਨ ਸੱਦਿਆ ਸੀਗਾ ਉਹ 'ਚ ਸਪਸ਼ਟ ਲਿਖਿਆ ਸੀਗਾ क्लॉज 1 आर्टिकल 174 संविधान ਦਾ ਬਾਬਾ ਸਾਹਿਬ ਅੰਬੇਡਕਰ ਜੀ ਦੇ ਲਿਖੇ ਹੋਏ ਸੰਵਿਧਾਨ ਦਾ ਉਹਦੇ ਤਹਿਤ ਸੱਦਿਆ ਗਿਆ ਸੀਗਾ ਕੈਬਨਿਟ ਦੀ ਸਰਕਾਰ ਦੇ ਰਿਕਮੈਂਡੇਸ਼ਨ ਤੋਂ ਬਾਅਦ। ਤੇ ਅੱਜ ਜਦੋਂ ਕੈਂਸਲ ਕੀਤਾ ਗਿਆ ਤੇ ਉਦੋਂ ਸੰਵਿਧਾਨ ਦੀ ਕੋਈ ਧਾਰਾ ਦਾ ਜ਼ਿਕਰ नहीं ਕੀਤਾ ਗਿਆ ਹੈਗਾ। ਸਿਰਫ ਔਰ ਸਿਰਫ ਜ਼ਿਕਰ ਕੀ ਕੀਤਾ ਗਿਆ ਕਿ ਜੀ ਗਵਰਨਰ ਸਾਹਿਬ ਨੂੰ ਪ੍ਰਤਾਪ ਬਾਜਵਾ, ਸੁਖਪਾਲ ਖਹਿਰਾ ਤੇ ਅਸ਼ਵਨੀ ਸ਼ਰਮਾ ਨੇ ਚਿੱਠੀ ਲਿਖੀ ਜਿਹਦੇ ਉੱਪਰ ਉਹਨਾਂ ਨੇ ਇਹ ਸੈਸ਼ਨ ਜਿਹੜਾ ਰੱਦ ਕਰ ਦਿੱਤਾ ਗਿਆ। ਮੈਂ ਭਾਈ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਤੇ ਤੁਹਾਡੇ ਜ਼ਰੀਏ ਦੇਸ਼ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਬਾਬਾ ਸਾਹਿਬ ਅੰਬੇਡਕਰ ਦੇ ਲਿਖੇ ਹੋਏ ਸੰਵਿਧਾਨ ਤੋਂ ਉੱਪਰ ਹੋ ਗਏ 3 ਵਿਅਕਤੀ। ਇਹ ਦੇਸ਼ ਦੇ ਸੰਵਿਧਾਨ ਦਾ ਲੋਕਤੰਤਰ ਦੀ ਹੱਤਿਆ ਹੈ। ਸਾਨੂੰ ਇਹ ਮਨਜ਼ੂਰ ਨਹੀਂ ਹੈ। ਇਹਦੇ ਲਈ ਜਿੱਥੇ ਤੱਕ ਸਾਨੂੰ ਲੜਾਈ ਲੜਨੀ ਪਈ ਅਸੀਂ ਲੜਾਂਗੇ। ਉਹਨਾਂ ਵੱਲੋਂ ਹਵਾਲਾ ਦਿੱਤਾ ਗਿਆ ਕਿ ਕਾਨੂੰਨੀ ਤਰੀਕੇ ਨਾਲ ਸਤਿਆਪਾਲ ਜੈਨ ਹੋਰਾਂ ਦਾ ਨਾਮ ਲਿਆ ਗਿਆ, ਸੀਨੀਅਰ ਐਡਵੋਕੇਟ ਨੇ, ਉਹਨਾਂ ਨਾਲ ਰਾਬਤਾ ਬਣਾਉਣ ਤੋਂ ਬਾਅਦ ਗੱਲਬਾਤ ਕਰਨ ਤੋਂ ਬਾਅਦ ਜਿਹੜਾ ਰੱਦ ਕੀਤਾ। सत्यपाल जैन बीजेपी के एक्स MP ने। मैं तुहानू तो पुछदा कि वो बाबा साहब अंबेडकर के लिखे संविधान तो उपर ने? जे उपर ने ते गवर्नर साहब वो लिख दे ना भी जी मैं कॉन्स्टिट्यूशन की संविधान की इस धारा के तहत ये सैशन बुलाया गया, सैशन रद्द कर रहा। नंबर 1 तो हुण गल नूं समझो, जदों सैशन बुलाया जाता है वो कैबिनेट की सरकार की रिकमेंडेशन के उपर बुलाया जाता है, नंबर 1। नंबर 2, संविधान ਦੇ ਵਿੱਚ ਕਿਤੇ ਵੀ ਉਸ ਬੁਲਾਏ ਗਏ ਸੈਸ਼ਨ ਨੂੰ ਰੱਦ ਕਰਨ ਦੀ ਪ੍ਰੋਵੀਜ਼ਨ ਹੀ ਨਹੀਂ ਹੈਗੀ, ਨੰਬਰ 1। ਨੰਬਰ 2, ਨੰਬਰ 3, ਜੇ ਰੱਦ ਕਰਨਾ ਵੀ ਹੁੰਦਾ ਕਿਸੇ ਅਨਫੋਰਸੀਨ ਕੰਡੀਸ਼ਨ ਕਰਕੇ ਤੇ ਉਹ ਵੀ ਤਾਂ ਰੱਦ ਹੈ ਜਿਹੜਾ ਉਹ ਜਿਹਦੀ ਰਿਕਮੈਂਡੇਸ਼ਨ ਦੇ ਉੱਪਰ ਬੁਲਾਇਆ ਗਿਆ ਹੈ, ਯਾਨੀ ਕਿ ਕੈਬਨਿਟ ਦੀ ਸਰਕਾਰ ਦੀ ਰਿਕਮੈਂਡੇਸ਼ਨ ਦੇ ਉੱਪਰ, ਉਹਦੇ ਉੱਪਰ ਹੀ ਰੱਦ ਹੋਣਾ ਚਾਹੀਦਾ ਸੀਗਾ। ਇਹਦਾ ਮਤਲਬ ਤਾਂ ਜਦੋਂ ਵੀ ਕੋਈ ਸੈਸ਼ਨ ਆਇਆ ਕਰੂਗਾ 4 MLA ਲਿਖ ਕੇ ਦੇ ਦਿਆ ਕਰਨਗੇ ਗਵਰਨਰ ਸਾਹਿਬ ਨੂੰ, ਗਵਰਨਰ ਸਾਹਿਬ ਰੱਦ ਕਰ ਦਿਆ ਕਰਨਗੇ। ਕਾਨੂੰਨ ਦੇ ਵਿੱਚ ਲਿਖਿਆ ਕਿਤੇ ਕੀ ਬੁਲਾਇਆ ਜਾ ਸਕਦਾ, ਸੱਤਾਧਰ ਪਾਰਟੀ ਬੁਲਾ ਸਕਦੀ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਹੀ ਕਹਿ ਰਹੇ ਆ ਕਿ ਸੱਤਾਧਰ ਪਾਰਟੀ ਨਹੀਂ ਬੁਲਾ ਸਕਦੀ। ਕਾਨੂੰਨ ਦੇ ਵਿੱਚ ਇਹ ਕਿੱਥੇ ਲਿਖਿਆ? ਮੇਰੇ ਕੋਲ ਕਾਨੂੰਨ ਦੀਆਂ ਕਿਤਾਬਾਂ ਨੇ, ਵਿਧਾਨ ਸਭਾ ਦੀਆਂ, ਮੇਰੇ ਕੋਲ ਕਨਸਟੀਟਿਊਸ਼ਨ ਹੈ, ਸੰਵਿਧਾਨ ਹੈ। ਇਹ ਕਿਤੇ ਲਿਖਿਆ ਹੈ ਵੀ ਕੋਈ ਰੋਕ ਹੈ ਬੁਲਾਉਣ ਦੇ ਉੱਪਰ? ਜਦੋਂ ਲਿਖਿਆ ਗਿਆ ਸੀ ਕਾਨੂੰਨ ਉਦੋਂ ਬਾਬਾ ਸਾਹਿਬ ਨੇ ਵੀ ਸ਼ਾਇਦ ਇਹ ਨਾ ਸੋਚਿਆ ਹੋਊਗਾ ਕਿ ਕਦੇ ਦੇਸ਼ ਦੇ ਰਾਜਨੀਤਿਕ ਲੋਕ ਇੰਨੀ ਗਿਰਾਵਟ ਦੇ ਵਿੱਚ ਆ ਜਾਣਗੇ ਕਿ ਉਹ ਚੁਣੀਆਂ ਹੋਈਆਂ ਸਰਕਾਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ। ਆ ਮੇਰੇ ਕੋਲ ਪਾਰਲੀਮੈਂਟ ਦੀ ਜਿਹੜੀ ਬਾਈਬਲ ਹੈ, ਉਹਦੀ ਜਿਹੜੀ ਬੁਕਲੇਟ ਹੈ, ਉਹਦੇ ਵਿੱਚੋਂ ਡਾਕੂਮੈਂਟ ਹੈ ਜਿਹਦੇ 'ਚ ਕੀ ਲਿਖਿਆ ਹੋਇਆ? ਮੋਸ਼ਨ ਆਫ ਕੌਨਫੀਡੈਂਸ। ਇਹਦੇ ਵਿੱਚ ਸਪਸ਼ਟ ਲਿਖਿਆ ਗਿਆ ਹੈ ਕਿ ਜਦੋਂ ਸਰਕਾਰ ਨੂੰ ਕਦੇ ਲੱਗੇ ਕਿ ਲੋਕਤੰਤਰ ਨੂੰ ਬਚਾਉਣ ਦੇ ਲਈ, ਲੋਕਾਂ ਦੇ ਇੰਟਰਸਟ ਨੂੰ ਬਚਾਉਣ ਦੇ ਲਈ ਕੌਨਫੀਡੈਂਸ ਮੋਸ਼ਨ ਲਿਆਂਦਾ ਜਾ ਸਕਦਾ ਹੈ ਤੇ ਲਿਆਂਦਾ ਜਾ ਸਕਦਾ ਹੈ, ਕੋਈ ਦਿੱਕਤ ਨਹੀਂ ਹੈਗੀ। ਇਹ 'ਚ ਇਹ ਵੀ ਲਿਖਿਆ ਹੈ ਕਿ ਜੇ ਇੱਕੋ ਦਿਨ ਕੌਨਫੀਡੈਂਸ ਮੋਸ਼ਨ ਤੇ ਨੋ ਕੌਨਫੀਡੈਂਸ ਮੋਸ਼ਨ ਆ ਜਾਣ ਤੇ ਪ੍ਰਾਇੋਰਟੀ ਹੈ ਜਿਹੜੀ ਉਹ ਕੌਨਫੀਡੈਂਸ ਮੋਸ਼ਨ ਨੂੰ ਮਿਲੇਗੀ, ਜਿਹੜੀ ਕਿ ਅਸੀਂ ਗੱਲ ਲੈ ਕੇ ਆ ਰਹੇ ਸੀਗੇ। ਇਹਦੇ ਵਿੱਚ ਇਹ ਵੀ ਮੈਂਸ਼ਨਡ ਹੈ ਕਿ 1952 ਤੋਂ ਲੈ ਕੇ 2009 ਤੱਕ ਲੋਕ ਸਭਾ ਦੇ ਵਿੱਚ 12 ਵਾਰੀ ਕੌਨਫੀਡੈਂਸ ਮੋਸ਼ਨ ਹੈ ਜਿਹੜਾ ਉਹ ਲਿਆਂਦਾ ਜਾ ਚੁੱਕਿਆ। ਉਸ ਤੋਂ ਬਾਅਦ ਕਿੰਨੀ ਵਾਰੀ ਲਿਆਂਦਾ ਹੈ ਉਹ ਅਲੱਗ ਹੈ। ਕਿੰਨੀਆਂ ਸਟੇਟਾਂ ਦੇ ਵਿੱਚ ਕੌਨਫੀਡੈਂਸ ਮੋਸ਼ਨ ਆ ਚੁੱਕਿਆ ਉਹ ਅਣਗਿਣਤ ਹੈ। 1981 ਦੇ ਵਿੱਚ ਸਰਦਾਰ ਦਰਬਾਰਾ ਸਿੰਘ ਦੀ ਸਰਕਾਰ ਸੀ, ਕਾਂਗਰਸ ਪਾਰਟੀ ਦੀ ਸਰਕਾਰ ਸੀਗੀ, ਤੇ ਉਹ ਲੈ ਕੇ ਆਏ ਸੀ ਕੌਨਫੀਡੈਂਸ ਮੋਸ਼ਨ ਆਪਦੀ ਮੈਜੋਰਿਟੀ ਪ੍ਰੂਵ ਕਰਨ ਦੇ ਲਈ। ਤੇ 1981 ਤੋਂ ਬਾਅਦ ਅੱਜ ਉਸੇ ਕਾਂਗਰਸ ਪਾਰਟੀ ਦੀ ਸਰਕਾਰ ਸਾਨੂੰ ਕੌਨਫੀਡੈਂਸ ਮੋਸ਼ਨ ਪ੍ਰੂਵ ਕਰਨ ਦੇ ਉੱਪਰ ਸਵਾਲ ਖੜੇ ਕਰ ਰਹੀ ਹੈ।
ਤੇ ਕੁਝ ਹੀਲੇ ਵਸੀਲੇ ਨੇ ਜਿਹੜੇ ਉਹ ਵਰਤ ਰਹੀ ਹੈ। ਸੋ ਇਹ ਲੋਕਤੰਤਰ ਦਾ ਕਹਾਣ ਹੈ ਜੀ, ਸਾਨੂੰ ਮਨਜ਼ੂਰ ਨਹੀਂ ਹੈ। ਰੱਦ ਕਰਨ ਦਾ ਕਾਰਨ ਕੀ ਮੰਨਦੇ ਹੋ ਕਿ ਪੰਜਾਬ ਦੇ ਰਾਜਪਾਲ ਆਪਰੇਸ਼ਨ ਲੋਟਸ ਦੇ ਤਹਿਤ ਸ਼ਿਕਾਰ ਹੋ ਚੁੱਕੇ ਨੇ? ਦੇਖੋ, ਇਸ ਤਰ੍ਹਾਂ ਹੈ ਕਿ ਸਾਨੂੰ ਮਹਿਸੂਸ ਤਾਂ ਇਹ ਹੋ ਰਿਹਾ ਸੀਗਾ ਕਿ ਜਦੋਂ ਇਹ ਅਸੀਂ ਕੱਲ ਨੂੰ ਡਿਸਕਸ਼ਨ ਕਰਾਂਗੇ ਤੇ ਕਾਂਗਰਸ ਸ਼ਾਇਦ ਸਾਡੇ ਨਾਲ ਹਾਮੀ ਭਰੂਗੀ, ਕਿਉਂਕਿ ਜਿਸ ਦਿਨ ਆਪਰੇਸ਼ਨ ਲੋਟਸ ਬੀਜੇਪੀ ਨੇ ਲਾਂਚ ਕੀਤਾ ਸੀ ਪੰਜਾਬ ਦੇ ਵਿੱਚ, ਉਸੇ ਦਿਨ ਕਾਂਗਰਸ ਦੇ 8 ਐਮਐਲਏ ਬੀਜੇਪੀ ਗੋਆ ਦੇ ਵਿੱਚ ਪੱਟ ਕੇ ਆਪਦੇ ਨਾਲ ਲੈ ਗਈ ਸੀਗੀ। ਸਾਨੂੰ ਤਾਂ ਇਹ ਲੱਗ ਰਿਹਾ ਸੀਗਾ ਕਿ ਉਹ ਸਾਡੇ ਆਪ ਦਾ ਦੁੱਖ ਰੋਣਗੇ ਗੋਆ ਦਾ ਕੱਲ ਨੂੰ ਵਿਧਾਨ ਸਭਾ ਪੰਜਾਬ ਦੇ ਵਿੱਚ, ਪਰ ਉਹ ਤਾਂ ਬੀਜੇਪੀ ਦੇ ਨਾਲ ਜਾ ਖੜੇ ਹੋਏ। ਇਹ ਕਾਂਗਰਸ ਬੀਜੇਪੀ ਦੀ ਸ਼ੀਲਡ ਬਣ ਕੇ ਕੰਮ ਕਰ ਰਹੀ ਹੈ। ਪ੍ਰਤਾਪ ਬਾਜਵਾ ਜੀ ਉਹਨਾਂ ਨੂੰ ਮੈਨੂੰ ਲੱਗਦਾ ਕਿ ਸਿਰਫ ਔਰ ਸਿਰਫ ਇੱਕੋ ਇੰਟਰਸਟ ਹੈ ਕਿ ਉਹਨਾਂ ਦੀ ਕੇਂਦਰ ਵੱਲੋਂ ਦਿੱਤੀ ਹੋਈ Z+ ਸਿਕਿਉਰਿਟੀ ਜਿਹੜੀ ਉਹ ਬਚੀ ਰਹਿ ਜੇ, ਕਨਸਟੀਟਿਊਸ਼ਨ ਬਚੇ ਨਾ ਬਚੇ ਉਹਨਾਂ 'ਚ ਕੋਈ ਇੰਟਰਸਟ ਨਹੀਂ ਹੈਗਾ। ਸਵਾਲ ਹੈ ਕਿ ਅਗਲੀ ਰਣਨੀਤੀ ਕੀ ਹੋਊਗੀ, ਕਿਉਂਕਿ ਵਿਸ਼ਵਾਸ ਮਤਾ ਲਿਆਉਣਾ ਸੀ, ਇੱਕ ਦਿਨ ਦਾ ਸੈਸ਼ਨ ਸੀਗਾ, ਆਪਰੇਸ਼ਨ ਲੋਟਸ ਦਾ ਸਾਰਾ ਜ਼ਿਕਰ ਹੋਣਾ ਸੀਗਾ, ਪਰ ਹੁਣ ਉਹ ਸਭ ਕੁਝ ਨਹੀਂ ਹੋਏਗਾ। ਅਗਲੀ ਰਣਨੀਤੀ ਕੀ? ਅਗਲੀ ਰਣਨੀਤੀ ਬਾਰੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਨਸਟੀਟਿਊਸ਼ਨਲ ਤੇ ਲੀਗਲ ਐਕਸਪਰਟਸ ਦੇ ਨਾਲ ਰਾਏ ਵਟਾਂਦਰਾ ਕਰ ਰਹੇ ਨੇ, ਵਿਚਾਰ ਵਟਾਂਦਰਾ। ਜਦੋਂ ਵੀ ਕੋਈ ਫੈਸਲਾ ਹੋਵੇਗਾ ਤੁਹਾਨੂੰ ਦੱਸਿਆ ਜਾਏਗਾ। ਤਾਂ ਕਾਨੂੰਨੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤਾਂ ਸਾਫ਼ ਤੌਰ ਤੇ ਜਿਹੜਾ ਕਿ ਵਿਰੋਧ ਹੈ ਪਾਰਟੀ ਵੱਲੋਂ ਕੀਤਾ ਜਾ ਰਿਹਾ ਅਤੇ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਪੂਰਨ ਤੌਰ ਤੇ ਲੋਕਤੰਤਰ ਨੂੰ ਬਚਾਉਣ ਦੀ ਸਾਡੀ ਜਿਹੜੀ ਕੋਸ਼ਿਸ਼ ਹੋਏਗੀ, ਲੜਾਈ ਕਰਨੀ ਪਵੇਗੀ, ਤਾਂ ਉਦੋਂ ਤੱਕ ਅਸੀਂ ਲੜਾਈ ਕਰਾਂਗੇ। ਕੈਮਰਾਮੈਨ ਵਿਪਨ ਮਹਿਰਾ ਦੇ ਨਾਲ ਕਮਲਦੀਪ ਲਿਵ, ਇੰਡੀਆ ਨਿਊਜ਼, ਚੰਡੀਗੜ੍ਹ।